ਸਾਡੇ ਕਿਸਾਨ ਲੀਡਰ ਅੱਜ ਵੀ ਸਵਾਲ ਕਰਦੇ ਨੇ। ਉਹ ਕਹਿੰਦੇ ਦੀਪ ਸਿੱਧੂ ਨੂੰ ਤੁਸੀਂ ਪੁੱਛੋ ਵੀ 26 ਨੂੰ ਖੱਟਿਆ ਤਾਂ ਖੱਟਿਆ ਕੀ ਹੈ। ਇਹ ਕੋਈ ਸਾਲੀ ਰੋਟੀ ਪਾਣੀ ਦਾ ਮਸਲਾ ਸੀ? ਇਹ ਤਾਂ ਹੋਂਦ ਦੀ ਲੜਾਈ ਆ। ਜਿਹੜੇ ਹੋਂਦ ਦੀ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਪਤਾ ਕੀ ਖੱਟ ਗਏ ਅਸੀਂ। ਤੁਸੀਂ ਕਹਿੰਦੇ ਹੋ ਵੀ ਇਹ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ, ਇਹ ਅੱਖਰ ਸੁਨਹਿਰੀ ਨੇ, ਪਰ ਉਹ ਕਹਿੰਦੇ ਯਾਰ ਸਾਡਾ ਸੁਨਹਿਰੀ ਇਤਿਹਾਸ ਅਸੀਂ ਲਿਖ ਰਹੇ ਸੀ। 26 ਜਨਵਰੀ ਨੂੰ ਅਜਿਹੀ ਘਟਨਾ ਘਟੀ ਕਿ ਅੱਖਰ ਸਾਰੇ ਕਾਲੇ ਕਰਤੇ ਨੇ। ਇੱਕ ਮਿੰਟ, ਕਿਹੜਾ ਸੁਨਹਿਰੀ ਇਤਿਹਾਸ ਲਿਖ ਰਹੇ ਸੀ? ਇਹ ਤਾਂ ਕਹਿ ਕੇ ਵੀ ਲਾਲ ਕਿਲੇ ਚੱਲੋ, ਲਾਲ ਕਿਲੇ ਚੱਲੋ, ਮੁੜ ਕੇ ਉਹ ਜਿਹੜੇ ਗਲਾਂ 'ਚ ਪਰਨੇ ਪਾਏ ਸੀ ਉਹ ਮੂੰਹਾਂ ਤੇ ਵਲੇਟ ਲਏ ਤੇ ਮੈਨੂੰ ਲੱਗਦਾ ਉਹ ਮਜਨੂ ਕੇ ਢਿੱਲਾ ਗੁਰਦੁਆਰਾ ਸਾਹਿਬ ਤੋਂ ਯੂ ਟਰਨ ਲੈ ਗਏ। ਬੇਸ਼ੱਕ ਉੱਥੇ ਕੁਝ ਨਹੀਂ ਕੀਤਾ, ਉਹ ਇੱਕ ਰੋਸ ਜਤਾਇਆ ਗਿਆ, ਪਰ ਸਾਡੇ ਕਿਸਾਨ ਲੀਡਰ ਅੱਜ ਵੀ ਸਵਾਲ ਕਰਦੇ ਨੇ। ਉਹ ਕਹਿੰਦੇ ਦੀਪ ਸਿੱਧੂ ਨੂੰ ਤੁਸੀਂ ਪੁੱਛੋ ਵੀ 26 ਨੂੰ ਖੱਟਿਆ ਤਾਂ ਖੱਟਿਆ ਕੀ ਹੈ। ਬਾਈ ਜੀ ਹੁਣ ਇਹੀ ਗੱਲ ਜ਼ਰੂਰੀ ਆ। ਹਾਂ, ਤੁਸੀਂ ਜਦੋਂ ਖੱਟਣ ਨੂੰ ਵਪਾਰਕ ਢੰਗ 'ਚ ਸੋਚਣ ਲੱਗ ਜਾਓ, ਉਹਨਾਂ ਨੇ ਸਵਾਲ ਕਰਨਾ, ਉਹਨਾਂ ਦਾ ਕਰਨਾ ਬਣਦਾ ਵੀ ਆ, ਕਿਉਂਕਿ ਉਹਨਾਂ ਨੇ ਸਭ ਕੁਝ ਹੀ ਵਪਾਰਕ ਤੌਰ ਤੇ ਦੇਖਣਾ। ਜਦੋਂ ਅਸੀਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਸਾਡੀ ਹੋਂਦ ਦੀ ਲੜਾਈ ਆ, ਫਿਰ ਉਹਦੇ 'ਚ ਵਪਾਰ ਆਉਂਦਾ? ਉਹਦੇ 'ਚ ਤਾਂ ਕੋਈ ਵਪਾਰ ਨਹੀਂ ਆਉਂਦਾ। ਹੋਂਦ ਦੀ ਲੜਾਈ ਕੀ ਆ? ਸਰਕਾਰ ਇਹ ਕਹਿ ਰਹੀ ਆ ਵੀ ਇਹਨਾਂ ਦੀ ਹੋਂਦ ਤੇ ਹਸਤੀ ਮਟਾਤੀ। ਅਸੀਂ ਇਹ ਕਹਿ ਰਹੇ ਹਾਂ ਵੀ ਜਿਉਂਦੇ ਆ ਬਾਈ, ਜ਼ਮੀਰਾਂ ਜਾਗਦੀਆਂ ਹਜੇ। ਉਸ ਖਾਲਸਾ ਪੰਥ ਦੇ ਪੈਦਾ ਕੀਤੇ ਯੋਧੇ, ਉਸ ਪੰਥ ਦੇ ਜਿਹੜੇ ਜਿਹੜਾ ਪ੍ਰਗਟ ਹੋਇਆ ਸੀ, ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕੀਤਾ ਸੀ, ਉਸ ਪੰਥ ਨੂੰ ਅੱਜ ਵੀ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ ਯੋਧੇ ਆ ਉਹ ਬੈਠੇ ਆ, ਜਿਨ੍ਹਾਂ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਇਆ ਉੱਥੇ। ਜਦੋਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ ਕੀ ਕੀਤਾ ਸੀ, ਉਦੋਂ ਵੀ ਕੌਮ ਹੋਂਦ ਦੀ ਲੜਾਈ ਲੜ ਰਹੀ ਸੀ। ਮੁਗਲ ਕਹਿੰਦੇ ਸੀ ਇਹਨਾਂ ਦੀ ਹੋਂਦ ਤੇ ਹਸਤੀ ਖਤਮ ਕਰਤੀ। ਸਾਡੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਏ, ਕਿਉਂ? ਇਹੀ ਦਰਸਾਉਣ ਵਾਸਤੇ ਵੀ ਅਸੀਂ ਬੈਠੇ ਆ। ਉਦੋਂ ਇਹੀ ਗੱਲ ਸੀ ਵੀ ਸਾਡਾ ਬੈਲੈਂਸ ਆਫ ਪਾਵਰ ਹੁੰਦੀ ਹੈ ਇੱਕ, ਜਦੋਂ ਕੌਮ ਹੋਂਦ ਦੀ ਲੜਾਈ ਲੜਦੀ ਹੈ ਨਾ, ਤਾਂ ਜਿਹੜਾ ਹਕੂਮਤ ਆ, ਜਿਹੜਾ ਰਾਜ ਕਰ ਰਹੀ ਧਿਰਾ, ਉਹਦੀ ਪਾਵਰ ਬਹੁਤ ਵੱਡੀ ਹੁੰਦੀ ਆ, ਤੇ ਕੌਮ ਕੋਲੇ ਉਸ ਲੈਵਲ ਦੀ ਪਾਵਰ ਨਹੀਂ ਹੁੰਦੀ, ਤਾਂ ਬੈਲੈਂਸ ਆਫ ਪਾਵਰ ਕੁਝ ਬਣਦਾ ਹੀ ਨਹੀਂ ਉੱਥੇ। ਤਾਂ ਕੌਮ ਕੀ ਕਰਦੀ ਆ ਫਿਰ? ਗੁਰੀਲਾ ਵਾਰਫੇਅਰ ਟੈਕਟਿਕਸ ਯੂਜ਼ ਕਰਦੀ ਆ, ਜਿਹੜੇ ਸਾਡੇ ਸਿੰਘਾਂ ਨੇ ਵੀ ਕੀਤੇ ਆ। ਅਬਦਾਲੀ ਵੇਲੇ ਵੀ ਅਸੀਂ ਗੁਰੀਲਾ ਵਾਰਫੇਅਰ ਟੈਕਟਿਕਸ ਯੂਜ਼ ਕੀਤੇ ਆ। ਉਹੀ ਟੈਕਟਿਕਸ ਅਸੀਂ ਉੱਦੇ ਵੀ ਯੂਜ਼ ਕੀਤਾ ਜਦੋਂ ਅਸੀਂ ਉੱਥੇ ਆਪਦੀ ਹੋਂਦ ਦਾ ਪ੍ਰਗਟਾਵਾ ਕੀਤਾ, ਆਪਦੇ ਚਿੰਨ੍ਹਾਂ ਦਾ ਪ੍ਰਗਟਾਵਾ ਕਰਨਾ, ਆਪਦੀ ਹੋਂਦ ਤੇ ਹਸਤੀ ਨੂੰ ਦਿਖਾਉਣਾ, ਤੇ ਉਹਦਾ ਦਬਦਬਾ ਵੀ ਅੱਜ ਵੀ ਸਾਡਾ ਕਾਇਮ ਆ, ਇਸ ਗੱਲ ਨੂੰ ਦਰਸਾਉਣਾ, ਤੇ ਸਾਡੇ ਜਿਹੜਾ ਸੰਘਰਸ਼ ਕਰ ਰਹੇ ਆ ਉਹਦਾ ਰੋਸ ਪ੍ਰਗਟ ਕਰਨਾ। ਇਹ ਗੱਲਾਂ ਨੇ ਆਉਣ ਵਾਲੀਆਂ ਸਦੀਆਂ 'ਚ ਜਿਹੜੀਆਂ ਜਨਰੇਸ਼ਨਸ ਹੁੰਦੀਆਂ ਨਾ, ਉਹਨਾਂ ਨੂੰ ਬਹੁਤ ਵੱਡੀ ਸਪਿਰਿਟ ਦੇਣੀ ਹੁੰਦੀ ਆ, ਜਜ਼ਬੇ ਭਰਨੇ ਹੁੰਦੇ ਆ ਉਹਨਾਂ ਦੇ ਅੱਗੇ। ਅੱਜ ਇਹ ਗੱਲ ਤੁਹਾਡੇ ਸਮਝ ਵਪਾਰਕ ਤੌਰ ਤੇ ਸੋਚੋਗੇ ਨਹੀਂ ਆਉਣੀ ਵੀ ਖੱਟਿਆ ਕੀ। ਇਹ ਕੋਈ ਸਾਲੀ ਰੋਟੀ ਪਾਣੀ ਦਾ ਮਸਲਾ ਸੀ? ਇਹ ਤਾਂ ਹੋਂਦ ਦੀ ਲੜਾਈ ਆ। ਜਿਹੜੇ ਹੋਂਦ ਦੀ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਪਤਾ ਕੀ ਖੱਟ ਗਏ ਅਸੀਂ। ਅੱਜ ਇਸ ਪ੍ਰੈਜ਼ੈਂਟ ਪ੍ਰਸੰਗ 'ਚ ਇਹ ਗੱਲ ਨਹੀਂ ਸਮਝ ਆਉਣੀ, ਪਰ ਇਹ ਗੱਲ ਸਮਝ ਕਦੋਂ ਆਊਗੀ? ਅੱਜ ਤੋਂ 30-50 ਸਾਲਾਂ ਬਾਅਦ ਜਦੋਂ ਨਵੀਂ ਜਨਰੇਸ਼ਨ ਪੈਦਾ ਹੋਊਗੀ ਨਾ, ਵੱਡੇ ਹੋਣਗੇ ਉਹ, ਉਹਨਾਂ ਨੂੰ ਜਮਾਂ ਕੋਈ ਸ਼ੱਕ ਨਹੀਂ ਹੋਣਾ ਵੀ ਅਸੀਂ ਖੱਟਿਆ ਕੀ। ਉਹ ਇਸ ਗੱਲ ਨੂੰ ਇਤਿਹਾਸ ਦੇ ਕਿਸੇ ਉਸ ਪ੍ਰਸੰਗ 'ਚ ਦੇਖਣਗੇ ਜਿਹੜੇ ਪ੍ਰਸੰਗ 'ਚ ਬਾਬਾ ਬਘੇਲ ਸਿੰਘ ਹੋਣੀ ਦਾ ਅਸੀਂ ਦੇਖਦੇ ਹਾਂ। ਪਰ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਇਹ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ, ਇਹ ਅੱਖਰ ਸੁਨਹਿਰੀ ਨੇ, ਪਰ ਉਹ ਕਹਿੰਦੇ ਯਾਰ ਸਾਡਾ ਸੁਨਹਿਰੀ ਇਤਿਹਾਸ ਅਸੀਂ ਲਿਖ ਰਹੇ ਸੀ। 26 ਜਨਵਰੀ ਨੂੰ ਅਜਿਹੀ ਘਟਨਾ ਘਟੀ ਕਿ ਅੱਖਰ ਸਾਰੇ ਕਾਲੇ ਕਰਤੇ ਇਹਨਾਂ ਨੇ। ਇੱਕ ਮਿੰਟ, ਕਿਹੜਾ ਸੁਨਹਿਰੀ ਇਤਿਹਾਸ ਲਿਖ ਰਹੇ ਸੀ? ਦਿੱਲੀ ਦੀਆਂ ਨਿਆਈਆਂ 'ਚ ਗੇੜਾ ਦੇ ਕੇ ਮੁੜ ਜਾਣਾ ਸੀ ਉਹ ਤਾਂ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹੋਈਏ, ਅਸੀਂ ਉਹਨਾਂ ਦਾ ਨਤਮਸਤਕ ਕਰੀਏ ਉਹਨਾਂ ਨੂੰ। ਸੁਣੋ ਗੱਲ ਨੂੰ, ਵੀ ਉਹ ਤਾਂ ਕਹਿੰਦੇ ਸੀ ਵੀ ਜਿਹੜੇ ਰਾਹ ਤੋਂ ਜਾਣਾ ਅਸੀਂ, ਉਹ ਤਾਂ ਦਿੱਲੀ 'ਚ ਵੜਦਾ ਹੀ ਨਹੀਂ, ਬਾਹਰ ਰਾਹ ਸੀ, ਤੇ ਉੱਥੇ ਤਾਂ ਅਗਲੇ ਪੈਟਰੋਲ ਪੰਪ ਲੈ ਕੇ ਬੈਠੇ ਸੀ। ਉਹ ਹਰਿਆਣੇ ਦਾ ਜਿਹੜਾ ਸਾਡਾ ਇੱਕ ਪੱਤਰਕਾਰ ਆ, ਉਹਨੇ ਸਾਰੀ ਰਿਪੋਰਟ ਸਬੂਤਾਂ ਰਾਹੀਂ ਸਾਡੇ ਸਾਹਮਣੇ ਪੇਸ਼ ਕੀਤੀ। ਉੱਥੇ ਤਾਂ ਬੰਦਿਆਂ ਨੇ ਪੈਟਰੋਲ ਪੰਪ, ਐਸਿਡ ਪੰਪ ਲੈ ਕੇ ਬੈਠੇ ਆ, ਉਹਨਾਂ ਨੇ ਸਾਡੇ ਉੱਤੇ ਸਿੱਟ ਕੇ ਸਾਡੇ ਬੰਦੇ ਮਾਰਨੇ ਸੀ। ਇਹ ਤਾਂ ਪਤਾ ਨਹੀਂ ਪ੍ਰਮਾਤਮਾ ਨੇ ਕੀ ਉਹ ਭਾਣਾ ਵਰਤਾਇਆ। ਇਹ ਕੋਈ ਗਿਣਤੀ ਮਿਹਨਤੀ ਦੇ ਆਧਾਰ 'ਤੇ ਨਹੀਂ ਹੋਇਆ, ਕੋਈ ਮਿੱਥ ਕੇ ਥੋੜ੍ਹੀ ਗਿਆ ਬਾਈ ਵੀ ਲਾਲ ਕਿਲੇ ਨੂੰ ਤੁਰ ਪਓ। ਕੋਈ ਮਿੱਥ ਕੇ ਗਿਆ? ਅੱਛਾ, ਮਿੱਥ ਕੇ ਗਏ ਹੁੰਦੇ ਤਾਂ ਅਸੀਂ ਵੈਲਡਿੰਗ ਮਸ਼ੀਨ ਵੀ ਨਾਲ ਲਿਜਾਂਦੇ, ਫਿਰ ਅਸੀਂ ਕੋਈ ਲੋਹੇ ਦਾ ਕੋਈ ਝੰਡਾ ਲਿਜਾਂਦੇ ਜਿਹੜਾ ਉੱਤੇ ਸਾਨੂੰ ਲਾਉਣਾ ਵੀ ਸੌਖਾ ਹੁੰਦਾ। ਉਹ ਯਾਰ ਉਹ ਟੇਢਾ ਝੰਡਾ, ਇੱਕ ਉਹਦੇ 'ਚ ਜਿਹੜਾ ਡੰਡਾ, ਉਹ ਵੀ ਇੱਕ ਲੱਕੜ ਦਾ ਟੇਢਾ ਡੰਡਾ ਪਾਇਆ ਹੋਇਆ, ਡੰਗ ਟਪਾਊ ਕੰਮ ਆ ਉਹਦਾ। ਜਦੋਂ ਉੱਥੇ ਲੋਕ ਪਹੁੰਚੇ, ਸਾਡੇ ਸੁਤੇ ਸਿੱਧੀ ਇੱਕ ਅੰਦਰ ਗੱਲ ਪਈ ਆ, ਇਹ ਅੰਦਰ ਗੱਲ ਪਈ ਆ। ਤੇ ਉਦੋਂ ਜਿਹੜੇ ਜਕਾਰੇ ਲਾਏ ਆ ਨਾ,
ਉਹ ਪੰਜਾਬ 'ਚ ਇਕੱਲੇ ਸਿੱਖਾਂ ਨੇ ਨਹੀਂ, ਸਾਡੇ ਹਿੰਦੂਆਂ ਨੇ ਜਕਾਰੇ ਲਾਏ ਆ ਯਾਰ, ਵੀ ਸਵਾਦ ਲਿਆਤਾ ਯਾਰ, ਦਿਖਾਤਾ ਅੱਜ ਤਾਂ ਮੋਦੀ ਨੂੰ। ਉਹ ਗੱਲ ਇਹ ਆ ਵੀ ਪਹਿਲੇ 10 15 20 ਮਿੰਟ ਤਾਂ ਲੋਕ ਵਧਾਈਆਂ ਹੀ ਦੇਈ ਗਏ ਇੱਕ ਦੂਜੇ ਨੂੰ। ਉਹ ਜਦੋਂ ਫਿਰ ਗੱਲ ਤੁਰ ਪਈ ਸਰਕਾਰ ਤੋਂ ਵੀ ਦੇਖੋ ਇਹ ਤਾਂ ਬਹੁਤ ਗਲਤ ਹੋ ਗਿਆ, ਬਹੁਤ ਗਲਤ ਹੋ ਗਿਆ, ਤੇ ਸਾਡੀ ਲੀਡਰਸ਼ਿਪ ਨੇ ਵੀ ਉਹੀ ਗੱਲ ਕਰਤੀ। ਫਿਰ ਸਾਡੇ ਬੰਦੇ ਡਬਲ ਮਾਈਂਡਡ ਹੋ ਗਏ, ਹੈ ਨਾ। ਫਿਰ ਉਹ ਇੱਕ ਪੋਪੂਲਰ ਨੈਰੇਟਿਵ ਬਣ ਗਿਆ ਵੀ ਗਲਤ ਹੋ ਗਿਆ, ਗਲਤ ਹੋ ਗਿਆ। ਲੋਕਾਂ ਨੇ ਉਸ ਪੋਪੂਲਰ ਨੈਰੇਟਿਵ ਦੇ ਪਿੱਛੇ ਜਾਣਾ ਹੁੰਦਾ, ਥੋੜ੍ਹੇ ਕੁ ਦਿਨ ਉਸ ਨੈਰੇਟਿਵ ਤੇ ਰਹੇ, ਫਿਰ ਥੋੜ੍ਹੇ ਦਿਨਾਂ ਬਾਅਦ ਫਿਰ ਵਾਪਸ ਮੁੜ ਆਏ ਵੀ ਗਲਤ ਤਾਂ ਕੁਝ ਹੋਇਆ ਹੀ ਨਹੀਂ ਸੀ। ਸੋ ਗੱਲ ਤਾਂ ਸੁਨਹਿਰੀ ਹੋਈ ਸੀ। ਗੱਲ ਇਹ ਸੀ ਵੀ ਸਾਡੀਆਂ ਲੱਤਾਂ 'ਚ ਜਾਨ ਤੇ ਭਾਰ ਹੋਣਾ ਚਾਹੀਦਾ ਸੀ, ਵੀ ਸਾਡੀਆਂ ਲੱਤਾਂ ਭਾਰ ਝੱਲਦੀਆਂ। ਜੇ ਕਿਤੇ ਅਸੀਂ ਉਹ ਇਹ ਗੱਲ ਮੰਨ ਕੇ ਉੱਥੇ 2 ਦਿਨ ਹੀ ਬਹਿ ਜਾਂਦੇ, ਤੁਸੀਂ ਨਜ਼ਾਰਾ ਤਾਂ ਵੇਖਦੇ। ਉਹ ਇੱਕ ਇਤਿਹਾਸਿਕ ਪਲ ਸੀ। ਉਸ ਇਤਿਹਾਸਿਕ ਪਲ ਦੇ ਹਿਸਾਬ ਨਾਲ ਲੀਡਰਸ਼ਿਪ ਨੇ ਫੈਸਲੇ ਲੈਣੇ ਹੁੰਦੇ ਆ, ਲੀਡਰਸ਼ਿਪ ਨੇ ਟਰਾਂਸੈਂਡ ਕਰਨਾ ਹੁੰਦਾ। ਓਨੀ ਛੇਤੀ ਜਿੰਨੀ ਛੇਤੀ ਇੱਥੇ ਘਟਨਾਵਾਂ ਵਾਪਰਦੀਆਂ ਤੇ ਸਿਚੁਏਸ਼ਨ ਬਦਲਦੀ ਆ, ਉਹ ਓਨੀ ਛੇਤੀ ਉਹਦੇ ਨਾਲ ਟਰਾਂਸੈਂਡ ਨਹੀਂ ਕਰ ਸਕੇ। ਤੇ ਇਸੇ ਕਰਕੇ ਲੀਡਰਸ਼ਿਪ ਨੇ ਉਸ ਘਟਨਾ ਨੂੰ ਐਕਨੋਲੇਜ ਨਹੀਂ ਕੀਤਾ। ਜੇ ਕਿਤੇ ਐਕਨੋਲੇਜ ਵੀ ਕਰ ਦਿੰਦੇ ਨਾ ਵੀ ਸਾਡੇ ਹੀ ਬੰਦੇ ਆ, ਉਹ ਤਾਂ ਕਹਿੰਦੇ ਵੀ ਸਾਡੇ ਬੰਦੇ ਨਹੀਂ ਸੀ ਨਾ। ਜੇ ਕਿਤੇ ਇੰਨੀ ਗੱਲ ਵੀ ਕਹਿ ਦਿੰਦੇ ਵੀ ਸਾਡੇ ਬੰਦੇ ਆ, ਤੇ ਅਸੈਂਬਲੀ 'ਚ ਬੰਬ ਸੁੱਟਣ ਵੇਲੇ ਹੋਇਆ ਸੀ, ਹਾਂ, ਜਾਂ ਗਲਤ ਬੰਦਾ ਮਾਰਿਆ ਗਿਆ ਸੀਗਾ। ਹਾਂਜੀ, ਦੇਖੋ ਹੁਣ ਅਗਲੇ ਖੜੇ ਨਾ, ਜ਼ਿੰਮੇਵਾਰੀ ਲਈ ਨਾ। ਅੱਛਾ, ਉਸ ਗੱਲ ਨੇ ਆਜ਼ਾਦੀ 'ਚ ਅੱਜ ਜੇ ਆਪਾਂ ਕਹਿੰਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਜਾਂ ਸਾਡੇ ਕਰਤਾਰ ਸਿੰਘ ਸਰਾਭਾ, ਉਹ ਪਰਵਾਨੇ ਸੀ ਜਿਹੜੀ ਆਜ਼ਾਦੀ ਦੀ ਬਲਦੀ ਸ਼ਮਾ 'ਚ ਜਦੋਂ ਡਿੱਗੇ ਜਾ ਕੇ, ਤੇ ਉਹ ਸ਼ਮਾ ਨੂੰ ਪਤਾ ਨਹੀਂ ਕਿੰਨੀ ਕੁ ਦੇਰ ਹੋਰ ਬਲਦੀ ਰੱਖ ਗਏ। ਇਹ ਉਹ ਪਰਵਾਨੇ ਸੀ ਨਾ, ਉਹ ਪਤੰਗੇ ਸੀ। ਸੋ ਇਹੀ ਗੱਲਾਂ ਹੁੰਦੀਆਂ ਜਦੋਂ ਤੁਸੀਂ ਖੜਦੇ ਹੋ, ਸਟੈਂਡ ਲੈਂਦੇ ਹੋ, ਤਾਂ ਜਿਹੜੀ ਇੱਕ ਸ਼ਮਾ ਬਲਦੀ ਆ ਨਾ, ਜਿਹੜੀ ਇੱਕ ਤੁਸੀਂ ਅੱਗ ਬਾਲ ਕੇ ਗਏ ਹੋ, ਉਹਨੇ ਪਤਾ ਨਹੀਂ ਕਿੰਨਾ ਕੁ ਸਮਾਂ ਹੋਰ ਬਲਦੇ ਰਹਿਣਾ ਹੁੰਦਾ। ਇਸ ਕਰਕੇ ਲੀਡਰਸ਼ਿਪ ਦੀ ਉਹ ਡਿਊਟੀ ਹੁੰਦੀ ਆ ਵੀ ਉਹ ਗੱਲਾਂ ਤੇ ਪਹਿਰਾ ਦੇਵੇ ਤੇ ਖੜੇ ਗੱਲਾਂ ਤੇ। ਤੁਸੀਂ ਇੱਕ ਗੱਲ ਕਹੀ ਪਿੱਛੇ ਵੀ ਉਹ ਦੱਸਣ ਵੀ ਕਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ। ਉਹ ਕਹਿੰਦੇ ਸਾਡਾ ਪੀਸਫੁਲੀ ਹੋਣਾ, ਸਾਡਾ ਸ਼ਾਂਤਮਈ ਰਹਿਣਾ ਹੀ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਇੱਕ ਸੁਨੇਹਾ ਜਾ ਰਿਹਾ। UN ਨੂੰ ਵੀ ਦੇਖ ਰਹੀ ਇਹਨੂੰ ਵੀ ਯਾਰ ਇੰਨੇ ਸ਼ਾਂਤਮਈ ਬੰਦੇ ਅੱਜ ਤੱਕ ਨਹੀਂ ਦੇਖੇ ਗਏ, ਔਰ ਐਡਾ ਵੱਡਾ ਸੰਘਰਸ਼ ਸ਼ਾਂਤਮਈ ਰਹਿ ਕੇ ਲੜ ਰਹੇ ਨੇ। ਉਹ ਆਪਣੇ ਆਪ ਦੇ ਵਿੱਚ ਇੱਕ ਸੁਨਹਿਰੀ ਹੈ। ਆਪਾਂ ਪੀਸਫੁਲੀ ਰਹੇ ਉੱਥੇ। ਤੁਸੀਂ ਮੇਰੀ ਸਪੀਚ ਸੁਣੋ, ਟਰੈਕਟਰ ਤੇ ਖੜ ਕੇ ਲਾਲ ਕਿਲੇ ਤੇ ਸਪੀਚ ਬਾਈ, ਕਿੱਡੀ ਸਿੰਬੋਲਿਕ ਗੱਲ ਆ। ਲਾਲ ਕਿਲੇ 'ਚ ਟਰੈਕਟਰ ਖੜਾ ਪੰਜਾਬ ਦਾ, ਜਿਹੜਾ ਸਾਡੇ ਖੇਤਾਂ 'ਚ ਕਿਤੇ ਹਲ ਵਾਹੁੰਦਾ ਹੋਊਗਾ, ਉਹ ਟਰੈਕਟਰ ਲਾਲ ਕਿਲੇ 'ਚ ਖੜਾ। ਉਹਦੇ ਤੇ ਖੜੇ ਹੋ ਕੇ ਇੱਕ ਇਕੱਲਾ ਦੀਪ ਸਿੱਧੂ ਥੋੜ੍ਹੀ ਸੀ, ਉੱਥੇ ਤਾਂ ਪਤਾ ਨਹੀਂ ਕਿੰਨੇ ਕੁ ਹੋਰ ਬੰਦੇ ਸੀ। ਅੱਛਾ, ਉਹਦੇ ਤੇ ਖੜ ਕੇ ਅਸੀਂ ਇਹ ਕਹਿ ਰਹੇ ਹਾਂ ਵੀ ਅਸੀਂ ਸ਼ਾਂਤਮਈ ਹਾਂ, ਅਸੀਂ ਜਾਬਤੇ 'ਚ ਹਾਂ, ਅਸੀਂ ਹਿੰਸਕ ਨਹੀਂ ਹਾਂ, ਸਾਡੇ ਮਨਾਂ 'ਚ ਹਿੰਸਾ ਹੋ ਹੀ ਨਹੀਂ ਸਕਦੀ। ਸਾਡੀ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਆ, ਬਜ਼ੁਰਗ ਆਗੂ ਸਾਡੇ ਲੀਡਰ ਆ, ਉਹਨਾਂ ਦੀ ਅਗਵਾਈ 'ਚ ਆਏ ਆ। ਸਾਨੂੰ ਅਗਲਾ ਪ੍ਰੋਗਰਾਮ ਦੇਣ। ਅਗਲਾ ਪ੍ਰੋਗਰਾਮ ਤਾਂ ਕੀ ਦੇਣਾ ਸੀ, ਇਹ ਤਾਂ ਕਹਿ ਕੇ ਵੀ ਲਾਲ ਕਿਲੇ ਚੱਲੋ, ਲਾਲ ਕਿਲੇ ਚੱਲੋ। ਮੁੜ ਕੇ ਉਹ ਜਿਹੜੇ ਗਲਾਂ 'ਚ ਪਰਨੇ ਪਾਏ ਸੀ ਉਹ ਮੂੰਹਾਂ ਤੇ ਵਲੇਟ ਲਏ, ਤੇ ਮੈਨੂੰ ਲੱਗਦਾ ਉਹ ਮਜਨੂ ਕੇ ਟਿੱਲਾ ਗੁਰਦੁਆਰਾ ਸਾਹਿਬ ਤੋਂ ਯੂ ਟਰਨ ਲੈ ਗਏ। ਸੋ ਫਿਰ ਕੀ ਕਰ ਸਕਦੇ ਆ ਦੱਸੋ।